हेलो बच्चों, मैं दीपक ਅੱਜ ਤੁਹਾਡਾ ਸਵਾਗਤ ਕਰਦਾ ਮੈਂ ਆਪਣੇ YouTube ਚੈਨਲ ਦੇ। ਅੱਜ ਆਪਾਂ ਕਲਾਸ 8ਵੀਂ ਦਾ ਫਸਟ ਟੌਪਿਕ ਜੋ ਹੈ ਰੈਸ਼ਨਲ ਨੰਬਰ ਉਹ ਸਟਾਰਟ ਕਰਨ ਜਾ ਰਹੇ ਹਾਂ। ਰੈਸ਼ਨਲ ਨੰਬਰ ਕਰਨ ਤੋਂ ਪਹਿਲਾਂ ਸਾਨੂੰ ਕੁਝ ਨੰਬਰਸ ਦਾ ਗਿਆਨ ਹੋਣਾ ਜ਼ਰੂਰੀ ਹੈ। ਜਿਹੜਾ ਸਭ ਤੋਂ ਪਹਿਲਾ ਨੰਬਰ ਹੈ ਬੇਟੇ ਸਾਡੇ ਕੋਲੇ ਹੈ ਨੈਚੁਰਲ ਨੰਬਰ, ਜਿਸ ਨੂੰ ਅਸੀਂ ਪ੍ਰਕਿਰਤਿਕ ਸੰਖਿਆ ਬੋਲਦੇ ਹਾਂ। ਪ੍ਰਕਿਰਤਿਕ ਸੰਖਿਆ ਬੇਟੇ ਸ਼ੁਰੂ ਹੁੰਦੀ ਹੈ 1 ਤੋਂ 1 2 3 मतलब कि इनफाइनाइट तक चलती है। उस तो बाद अपने को आंदा होल नंबर, जिसਨੂੰ ਅਸੀਂ ਪੂਰਨ ਸੰਖਿਆ ਬੋਲਦੇ ਹਾਂ। ਇਸ ਦਾ ਜਿਹੜਾ ਸਟਾਰਟਿੰਗ ਹੁੰਦੀ ਹੈ 0 ਤੋਂ ਹੁੰਦੀ ਆ, 0 1 2 3 ਇਨਫਾਈਨਾਈਟ ਤੱਕ ਚੱਲਦੀ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲੇ ਆਉਂਦੇ ਨੇ ਇੰਟੀਜਰਸ। ਇੰਟੀਜਰਸ ਨੂੰ ਅਸੀਂ ਸੰਪੂਰਨ ਸੰਖਿਆਵਾਂ ਬੋਲਦੇ ਹਾਂ। ਜਦੋਂ ਦੇਖੋ ਬੇਟੇ ਆਪਾਂ ਕੋਈ ਸਕੇਲ ਬਣਾਣੀ ਆ ਤਾਂ ਜਿਹੜਾ ਉਸਦਾ ਮਿਡਲ ਪੁਆਇੰਟ ਹੁੰਦਾ ਹੈ ਦੈਟ ਇਜ਼ ਅ 0। ਇਧਰਲੇ ਪਾਸੇ ਜਦੋਂ ਆਪਾਂ ਸੱਜੇ ਪਾਸੇ ਜਾਂਦੇ ਆ ਤੇ ਜਿੰਨੇ ਵੀ ਅੰਕ ਹੁੰਦੇ ਨੇ ਸਾਡੇ ਕੋਲੇ ਪਲੱਸ ਦੇ ਅੰਕ ਹੁੰਦੇ ਨੇ, ਪਲੱਸ ਦੇ। ਜਦੋਂ ਆਪਾਂ ਖੱਬੇ ਵਾਲੇ ਪਾਸੇ ਚੱਲਦੇ ਆ ਤਾਂ ਸਾਡੇ ਕੋਲੇ ਸਾਰੇ ਨੰਬਰ ਕਾਹਦੇ ਹੁੰਦੇ ਨੇ, ਮਾਈਨਸ ਵਾਲੇ ਪਾਸੇ। ਹੁਣ ਸਾਡਾ ਜਿਹੜਾ ਟੌਪਿਕ ਸੀ ਦੈਟ ਇਜ਼ ਰੈਸ਼ਨਲ ਨੰਬਰ, ਜਿਸ ਨੂੰ ਅਸੀਂ ਕਿਹੜੀ ਸੰਖਿਆਵਾਂ ਬੋਲਦੇ ਆ, ਪਰਮੇਯ ਸੰਖਿਆਵਾਂ। ਕਿਹੜੀਆਂ ਸੰਖਿਆਵਾਂ? ਪਰਮੇਯ ਸੰਖਿਆਵਾਂ। ਪਰਮੇਯ ਸੰਖਿਆਵਾਂ। ਪਰਮੇਯ ਸੰਖਿਆਵਾਂ ਦੀ ਪਰਿਭਾਸ਼ਾ ਦੇ ਵਿੱਚ ਆਉਂਦਾ ਹੈ P/Q ਦੀ ਫਾਰਮ। P/Q ਦੀ ਫਾਰਮ ਦੇ ਵਿੱਚ ਮਤਲਬ ਕੀ ਹੈ ਵੀ ਉੱਪਰਲੇ ਪਾਸੇ ਵੀ ਇੰਟੀਜਰ ਹੈ ਔਰ ਨੀਚੇ ਪਾਸੇ ਵੀ ਇੰਟੀਜਰ ਹੈ। ਪਰ ਇੱਥੇ ਇੱਕ ਖਾਸ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਵੀ ਜਿਹੜਾ ਸਾਡੇ ਕੋਲੇ ਹਰ ਹੁੰਦਾ ਹੈ, ਡਿਨੋਮੀਨੇਟਰ ਹੁੰਦਾ ਹੈ, ਇਹ ਕਦੇ ਵੀ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਮੰਨ ਲਓ ਆਪਾਂ ਐਵੇਂ ਲਿਖਦੇ ਹਾਂ 1/0, ਇਹ ਕਦੇ ਵੀ ਡਿਫਾਈਨ ਹੋ ਹੀ ਨਹੀਂ ਸਕਦਾ। ਮਤਲਬ ਕਿ ਆਪਾਂ ਕਹਿੰਦੇ ਨੇ ਇਸ ਦਾ ਕੋਈ ਹੱਲ ਨਹੀਂ ਹੈ। ਹੁਣ ਰੈਸ਼ਨਲ ਨੰਬਰ ਦੀ ਪਛਾਣ ਕਿਵੇਂ ਕਰਦੇ ਆ ਵੀ ਉੱਪਰਲੇ ਪਾਸੇ ਮੰਨ ਲਓ ਆਪਣੇ ਕੋਲੇ ਕੋਈ ਸੰਖਿਆ ਹੈ 2/3, 2/3। ऊपर भी प्लस दिया है, नीचे भी प्लस दिया है। ये साडे कोले की है, ऊपर भी संपूर्ण संख्या है, नीचे भी संपूर्ण संख्या। तो 2/3 साडे कोले की बन गया रैशनल नंबर। मान लो मैं ऊपरले पासे माइनस पा देना तो कितना बन गया -2/3। ये भी साडे कोले की है रैशनल नंबर, परमेय संख्या। जे ऊपर माइनस है मान लो नीचे भी माइनस है तो भी साडे कोले की है ये परमेय संख्या। कहने का मतलब है ਵੀ ਦੇਖੋ ਜੇ ਮਾਈਨਸ ਤੇ ਮਾਈਨਸ ਤਾਂ ਇਕੱਠੀ ਕਰ ਜਾਣਗੇ, ਸਾਡੇ ਕੋਲੇ ਪਲੱਸ ਦੇ ਬਣ ਜਾਣੇ 2/3। ਹੁਣ ਇਹ ਨਹੀਂ ਹੈ ਵੀ ਜੇ ਉੱਪਰ ਮਾਈਨਸ ਹੈ ਜਾਂ ਦੋਨੇ ਪਲੱਸ ਦੇ ਨੇ ਤਾਈਓ ਪਰਮੇਯ ਸੰਖਿਆਵਾਂ। ਇਹ ਵੀ ਨਹੀਂ, ਇਹ ਵੀ ਹੋ ਸਕਦਾ ਹੈ ਵੀ ਉੱਪਰ ਪਲੱਸ ਦੀ ਹੋਵੇ ਨੀਚੇ ਮਾਈਨਸ ਦੀ ਹੋਵੇ ਤਾਂ ਵੀ ਸਾਡੇ ਕੋਲੇ ਕੀ ਬਣੂਗੀ ਇਹ ਪਰਮੇਯ ਸੰਖਿਆ। ਹੁਣ ਕਈ ਵਾਰ ਆਪਣੇ ਕੋਲੇ ਸਿੰਗਲ ਡਿਜਿਟ ਆ ਜਾਂਦਾ ਜਿਵੇਂ 1। ਹੁਣ ਜਿਹੜਾ 1 ਹੁੰਦਾ ਹੈ ਉਹ ਆਪਣੇ ਕੋਲੇ ਨੀਚੇ ਵਾਲਾ ਬਣ ਕੀ ਹੁੰਦਾ ਹੈ, ਇਨਵਿਜ਼ੀਬਲ ਹੁੰਦਾ ਹੈ। ਕਹਿਣ ਦਾ ਕੀ ਮਤਲਬ ਹੈ ਵੀ ਜਿਹੜੀ ਸਿੰਗਲ ਰਕਮ ਹੋਗੀ, ਚਾਹੇ 1 ਹੈ चाहे -1 है, चाहे कल्ला 2 है, चाहे -2 है, ये भी साडे कोले की ने परमेय संख्यावां दे विच आंदे ने। क्योंकि जेड़ा इन्हां दे नीचे 1 हुंदा है ये सानू दिखाई नहीं दिंदा जां ਆਪਾਂ ਇਸ ਨੂੰ ਕਹਿ ਸਕਦੇ ਆ ਇਹ ਇਨਵਿਜ਼ੀਬਲ ਹੈ। ਉਮੀਦ ਹੈ ਤੁਸੀਂ ਸਮਝੇ ਹੋਵੋਗੇ ਵੀ ਪਰਮੇਯ ਸੰਖਿਆਵਾਂ ਕੀ ਹੁੰਦੀਆਂ ਨੇ। ਹੁਣ ਇਸ ਤੋਂ ਬਾਅਦ ਇਸ ਦੇ ਕੁਝ ਗੁਣ ਨੇ, ਕੁਝ ਪ੍ਰੋਪਰਟੀਆਂ ਨੇ, ਆਪਾਂ ਹੁਣ ਉਹਨਾਂ ਬਾਰੇ ਡਿਸਕਸ ਕਰਾਂਗੇ। ਹਾਂਜੀ ਬੱਚੇ, ਹੁਣ ਆਪਾਂ ਪ੍ਰੋਪਰਟੀਆਂ ਦੀ ਗੱਲ ਕਰਦੇ ਹਾਂ, मतलब कि गुणा की गल करते हैं। सब तो पहला जो गुणा आंदा है परमेय संख्या विचों साडे कोले है क्लोजर प्रॉपर्टी, जिसनूं बंद बोल दिंदे आ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਅੰਦਰ ਐਡੀਸ਼ਨ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਜੋੜ ਦੇ ਅੰਦਰ। ਕਹਿੰਦਾ ਕੀ ਮਤਲਬ ਹੈ ਕਿ ਮੰਨ ਲਓ ਤੁਹਾਡੇ ਕੋਲੇ ਪਰਮੇਯ ਸੰਖਿਆ ਹੈ a/b ਜੋੜ c/d। ਜਦੋਂ ਦੋ ਪਰਮੇਯ ਸੰਖਿਆਵਾਂ ਨੂੰ ਜੋੜਦੇ ਆ ਤਾਂ ਉਹਦਾ ਜਿਹੜਾ ਆਨਸਰ ਹੈ ਉਹ ਵੀ ਸਾਡੇ ਕੋਲੇ ਕੀ ਆਣਾ ਚਾਹੀਦਾ ਹੈ, ਪਰਮੇਯ ਸੰਖਿਆ ਆਣਾ ਚਾਹੀਦਾ ਹੈ। कहने की मतलब मान लो मैं एक सिंपल तो सिंपल स्टेटमेंट ले लिया। मान लो मेरे पास है 1/2, इधर है मेरे को 3/2। जो इन्हों मैं ऐड करूंगा तो साडे कोले कितना आंदा है 4/2। 4/2 केड़ी फॉर्म च आ गया, P/Q दी फॉर्म च आ गया। इट मींस ये एक रैशनल नंबर है। चलो जे आपां इहनूं घटाने भी आ तां साडे कोले घटा के भी कितना आंदा है 2 आंदा है। 2 भी सिंपल की है साडे कोले रैशनल नंबर है। कहने की मतलब भी अंडर एडिशन ये प्रॉपर्टी साडी एग्जिस्ट करती है। ਹੁਣ ਆਪਾਂ ਗੱਲ ਕਰਦੇ ਹਾਂ ਸਬਟ੍ਰੈਕਸ਼ਨ ਦੀ। ਸਬਟ੍ਰੈਕਸ਼ਨ ਦਾ ਮਤਲਬ ਘਟੋ ਦੇ ਅੰਦਰ, ਘਟੋ ਦੇ ਅੰਦਰ ਮਤਲਬ ਕਿ ਮੰਨ ਲਓ a/b -c/d ਇਹ ਵੀ ਸਾਡੇ ਕੋਲੇ ਕਿਹਦੇ ਅੰਦਰ ਆਣਾ ਚਾਹੀਦਾ ਹੈ, P/Q ਦੀ ਫਾਰਮ ਚ ਆਣਾ ਚਾਹੀਦਾ ਹੈ, ਰੈਸ਼ਨਲ ਨੰਬਰ ਦੇ ਅੰਦਰ ਆਣਾ ਚਾਹੀਦਾ ਹੈ। ਮੰਨ ਲਓ ਮੈਂ ਸਿੰਪਲ ਸਟੇਟਮੈਂਟ ਲੈ ਰਿਹਾ। ਮੰਨ ਲਓ ਮੇਰੇ ਪਾਸ ਹੈ 2/3, ਇਹਦੇ ਵਿੱਚੋਂ ਮੈਂ 1/3 ਮਾਈਨਸ ਕਰ ਰਿਹਾ ਤਾਂ ਜੇ ਇਸ ਨੂੰ ਆਪਾਂ ਘਟਾਵਾਂਗੇ ਤਾਂ ਸਾਡੇ ਕੋਲੇ ਕਿੰਨਾ ਆਂਦਾ ਹੈ 1/3 ਆਂਦਾ ਹੈ। 1/3 ਵੀ ਕੀ ਹੈ ਸਾਡੇ ਕੋਲ ਇੱਕ ਰੈਸ਼ਨਲ ਨੰਬਰ ਹੈ। ਇਟ ਮੀਨਸ ਇਹ ਪ੍ਰੋਪਰਟੀ ਸਾਡੀ ਇੱਥੇ ਵੀ ਐਗਜ਼ਿਸਟ ਕਰਦੀ ਹੈ। ਇਟ ਮੀਨਸ ਅੰਡਰ ਐਡੀਸ਼ਨ ਔਰ ਅੰਡਰ ਸਬਟ੍ਰੈਕਸ਼ਨ ਇਹ ਪ੍ਰੋਪਰਟੀਆਂ ਸਾਡੀਆਂ ਦੋਨੇ ਕੀ ਕਰਦੀਆਂ ਨੇ, ਐਗਜ਼ਿਸਟ ਕਰਦੀਆਂ ਨੇ। ਹੁਣ ਆਪਾਂ ਕਰਦੇ ਹਾਂ ਮਲਟੀਪਲੀਕੇਸ਼ਨ ਔਰ ਡਿਵੀਜ਼ਨ ਦੇ ਅੰਦਰ। ਸਭ ਤੋਂ ਪਹਿਲਾਂ ਮਲਟੀਪਲੀਕੇਸ਼ਨ ਮਤਲਬ ਗੁਣਾ ਦੇ ਅਧੀਨ ਸਾਡੇ ਕੋਲ ਇਹ ਪ੍ਰੋਪਰਟੀ ਕਿਵੇਂ ਐਗਜ਼ਿਸਟ ਕਰੂਗੀ, ਮਲਟੀਪਲੀਕੇਸ਼ਨ ਗੁਣਾ। ਇਸ ਦੇ ਵਿੱਚ ਮੰਨ ਲਓ ਹੈ a/b ਮਲਟੀਪਲਾਈ c/d
ਇੱਥੇ ਵੀ ਸਾਡੇ ਕੋਲੇ ਕਿਹੜੀ ਫਾਰਮ ਬਣਨੀ ਚਾਹੀਦੀ ਹੈ, P ਬਟਾ Q ਦੀ ਫਾਰਮ ਬਣਨੀ ਚਾਹੀਦੀ ਆ। मान लो मेरे पास स्टेटमेंट है 1/2, इधर मेरे को स्टेटमेंट है कोई भी, मान लो 3/5, ਇਹਨੂੰ ਮਲਟੀਪਲਾਈ ਕਰਦੇ ਤਾਂ ਸਾਡੇ ਕੋਲੇ ਕਿੰਨਾ ਆਉਂਦਾ ਹੈ 3/10। 3/10 ਵੀ ਕੀ ਹੈ, P ਬਟਾ Q ਦੀ ਫਾਰਮ ਆ ਗਈ, ਰੈਸ਼ਨਲ ਨੰਬਰ ਹੈ। ਇਟ ਮੀਨਸ ਅੰਡਰ ਮਲਟੀਪਲੀਕੇਸ਼ਨ ਵੀ ਇਹ ਸਾਡੀ ਪ੍ਰੋਪਰਟੀ ਕੀ ਕਰਦੀ ਹੈ, ਐਗਜ਼ਿਸਟ ਕਰਦੀ ਹੈ। ਹੁਣ ਆਪਾਂ ਵੰਡ ਦੇ ਅਧੀਨ ਦੇਖਦੇ ਹਾਂ ਡਿਵੀਜ਼ਨ ਦੇ ਅੰਦਰ। ਡਿਵੀਜ਼ਨ ਦੇ ਅੰਦਰ ਕੀ ਹੈ, ਮੰਨ ਲਓ A ਬਟਾ B ਡਿਵਾਈਡ C ਬਟਾ D। ਮੰਨ ਲਓ ਇਹ ਵੀ ਆਪਣੇ ਕੋਲੇ ਕਿਹੜੀ ਫਾਰਮ ਚ ਬਣਦੀ ਹੈ, P ਬਟਾ Q ਦੀ ਫਾਰਮ ਚ ਬਣਦੀ ਆ। ਆਪਾਂ ਸਿੰਪਲ ਇਹੀ ਸਟੇਟਮੈਂਟ ਉਠਾਣੇ ਆ, ਮੰਨ ਲਓ 1/2 ਡਿਵਾਈਡ 3/5। ਆਪਾਂ ਬੇਟੇ 7th ਕਲਾਸ ਵਿੱਚ ਵੀ ਕਰਿਆ ਸੀ ਵੀ ਜਦੋਂ ਡਿਵੀਜ਼ਨ ਹੁੰਦਾ ਹੈ ਤਾਂ ਜਿਹੜੇ ਪਿਛਲੀ ਸਟੇਟਮੈਂਟ ਹੁੰਦੀ ਹੈ ਉਸ ਨੂੰ ਆਪਾਂ ਕੀ ਕਰ ਦਿੰਨੇ ਆ, ਉਲਟਾ ਦਿੰਨੇ ਹੋਣੇ ਆ। ਤਾਂ ਆਪਣੇ ਕੋਲੇ ਸਟੇਟਮੈਂਟ ਆਂਦੀ ਆ 1/2 ਮਲਟੀਪਲਾਈ 3/5 ਕੀ ਚ ਕਨਵਰਟ ਹੋ ਗਿਆ 5/3 ਚ। ਹੁਣ ਦੇਖੋ ਇਹ ਕੱਟ ਨਹੀਂ ਰਿਹਾ, ਮਲਟੀਪਲਾਈ ਕਰਦੇ ਆ ਸਿੰਪਲੀ 5/6। ਇਹ ਵੀ ਸਾਡੇ ਕੋਲੇ ਕਿਹੜੀ ਫਾਰਮ ਬਣਦੀ ਆ, P ਬਟਾ Q ਫਾਰਮ ਬਣਦੀ ਆ। P ਬਟਾ Q ਫਾਰਮ ਜੇ ਬਣਦੀ ਹੈ ਤਾਂ ਅੰਡਰ ਮਲਟੀਪਲੀਕੇਸ਼ਨ ਗੁਣਾ ਦੇ ਅਧੀਨ ਵੀ ਸਾਡੀ ਕਲੋਜ਼ਰ ਪ੍ਰਾਪਰਟੀ ਕੀ ਕਰ ਰਹੀ ਹੈ, ਐਗਜ਼ਿਸਟ ਕਰ ਰਹੀ ਹੈ। ਹੁਣ ਸਾਡੇ ਕੋਲੇ ਜਿਹੜੀ ਸੈਕੰਡ ਪ੍ਰਾਪਰਟੀ ਬੇਟੇ ਆਂਦੀ ਹੈ, that is a commutative property। commutative property ਜਿਸ ਨੂੰ ਆਪਾਂ ਬੋਲਦੇ ਹਾਂ ਕਰਮ ਵਟਾਂਦਰਾ। ਕਰਮ ਵਟਾਂਦਰਾ ਇਹਨੂੰ ਵੀ ਦੇਖਦੇ ਆ ਅੰਡਰ ਐਡੀਸ਼ਨ। ਇਹਦਾ ਮਤਲਬ ਕੀ ਹੈ ਵੀ ਮੰਨ ਲਓ ਸਾਡੇ ਕੋਲੇ A plus B, ਇਹ ਕਿਹਦੇ ਇਕੁਅਲ ਹੋਣਾ ਚਾਹੀਦਾ, B plus A ਅੰਡਰ ਐਡੀਸ਼ਨ। ਹੁਣ ਮੰਨ ਲਓ ਮੇਰੇ ਕੋਲ ਇੱਕ ਸਿੰਪਲ ਐਗਜ਼ਾਮਪਲ ਹੈ, ਜਿਵੇਂ ਆਪਣੇ ਕੋਲ ਆਂਦਾ ਹੈ 1/2 ਫॉर ਐਗਜ਼ਾਮਪਲ 1/2 ਜੋੜ ਮੰਨ ਲਓ ਆਪਣੇ ਕੋਲ ਆਂਦਾ ਹੈ 5/2। ਇਹਨਾਂ ਨੂੰ ਇਸੇ ਤਰ੍ਹਾਂ ਹੀ ਇਧਰਲੇ ਪਾਸੇ 5/2 ਜੋੜ 1/2 ਕੀ ਦੋਨੇ ਬਰਾਬਰ ਨੇ। ਇਹਦਾ ਆਪਾਂ ਹੱਲ ਕਰਕੇ ਦੇਖਦੇ ਹਾਂ, ਸੋਲੂਸ਼ਨ ਕੱਢਦੇ ਹਾਂ। ਸਭ ਤੋਂ ਪਹਿਲਾਂ ਇਹਨੂੰ ਦੇਖਦੇ ਹਾਂ, ਦੇਖੋ ਨੀਚੇ ਹਰ ਕੀ ਆ, ਬਰਾਬਰ ਆ। 1 ਚ 5 ਜੋੜੇ 6/2 ਤੇ ਇਹ ਆਪਣੇ ਕੋਲੇ ਡਿਵਾਈਡ ਕਰਕੇ ਕਿੰਨਾ ਆਇਆ 3। ਇਸੇ ਤਰ੍ਹਾਂ ਇੱਧਰ ਇਹਨੂੰ ਐਡ ਕਰਦੇ ਆ ਤਾਂ ਆਪਣੇ ਕੋਲੇ ਕਿੰਨਾ ਆਉਂਦਾ ਹੈ 6/2। ਇਹਨੂੰ ਵੀ ਸੋਲਵ ਕਰਿਆ 3। ਇਟ ਮੀਨਸ ਲੈਫਟ ਹੈਂਡ ਸਾਈਡ ਕਿਹਦੇ ਇਕੁਅਲ ਹੋ ਗਿਆ, ਰਾਈਟ ਹੈਂਡ ਸਾਈਡ। ਇਟ ਮੀਨਸ ਜੇ ਕਮਿਊਟੇਟਿਵ ਪ੍ਰੋਪਰਟੀ ਦੇ ਵਿੱਚ ਵੀ ਰੈਸ਼ਨਲ ਨੰਬਰ ਸਾਡੇ ਕੀ ਕਰ ਰਹੇ ਨੇ, ਐਗਜ਼ਿਸਟ ਕਰ ਰਹੇ ਨੇ ਅੰਡਰ ਐਡੀਸ਼ਨ। ਹੁਣ ਜੇ ਆਪਾਂ ਸਬਟ੍ਰੈਕਸ਼ਨ ਦੇ ਵਿੱਚ ਲੈ ਕੇ ਚੱਲੀਏ, ਸਬਟ੍ਰੈਕਸ਼ਨ ਦੇ ਵਿੱਚ ਮੰਨ ਲਓ A B ਦੇਖਦੇ ਹਾਂ ਕਿ B A ਦੇ ਅੰਡਰ ਇਹ ਇਕੁਅਲ ਆਉਂਦਾ ਹੈ। ਇਹ ਆਪਾਂ ਨੇ ਚੈੱਕ ਕਰਨਾ ਹੈ ਅੰਡਰ ਸਬਟ੍ਰੈਕਸ਼ਨ। ਹੁਣ ਕੀ ਕੀਤਾ ਮੈਨੇ, ਸਟੇਟਮੈਂਟ ਉਹੀ ਹੈ, ਸਿਰਫ ਮੈਨੇ ਵਿੱਚ ਨਿਸ਼ਾਨ ਕਾਹਦਾ ਪਾ ਲਿਆ, ਮਾਈਨਸ ਦਾ ਨਿਸ਼ਾਨ ਪਾ ਲਿਆ। ਹੁਣ ਤੁਸੀਂ ਦੇਖੋ 1 - 5 ਕਿੰਨਾ ਬਣਿਆ, -4/2। ਇਧਰ 5 - 1 ਕਿੰਨਾ ਬਣਿਆ, ਪਲੱਸ ਦਾ 4/2। ਹੁਣ ਦੇਖੋ ਇੱਕ ਪਾਸੇ ਮਾਈਨਸ ਹੈ ਔਰ ਇੱਕ ਪਾਸੇ ਪਲੱਸ ਹੈ, ਕੀ ਦੋਨੇ ਬਰਾਬਰ ਨੇ, ਨਹੀਂ, ਦੋਨੇ ਬਰਾਬਰ ਨਹੀਂ ਹੈ। ਸੋ ਇਟ ਮੀਨਸ ਅੰਡਰ ਸਬਟ੍ਰੈਕਸ਼ਨ ਜਿਹੜੀ ਸਾਡੀ ਕਮਿਊਟੇਟਿਵ ਪ੍ਰਾਪਰਟੀ ਹੈ ਇਹ ਐਗਜ਼ਿਸਟ ਨਹੀਂ ਕਰਦੀ। ਅੰਡਰ ਕਮਿਊਟੇਟਿਵ ਪ੍ਰਾਪਰਟੀ ਇਹ ਐਗਜ਼ਿਸਟ ਨਹੀਂ ਕਰਦੀ। ਫਿਰ ਆਪਾਂ ਗੱਲ ਕਰਦੇ ਹਾਂ ਮਲਟੀਪਲੀਕੇਸ਼ਨ ਦੀ, ਅੰਡਰ ਗੁਣਾ। ਮਲਟੀਪਲੀਕੇਸ਼ਨ ਗੁਣਾ ਦੇ ਅਧੀਨ, ਗੁਣਾ ਦੇ ਅਧੀਨ मतलब A/B ਮਲਟੀਪਲਾਈ C/D ਕੀ ਇਹ ਬਰਾਬਰ ਹੈ C/D ਗੁਣਾ A/B ਦੇ। ਇਹਦੇ ਲਈ ਵੀ ਆਪਾਂ ਇੱਕ ਐਗਜ਼ਾਮਪਲ ਕਰਦੇ ਹਾਂ। ਮੰਨ ਲਓ ਮੇਰੇ ਕੋਲ ਸਟੇਟਮੈਂਟ ਹੈ 1/2 ਮਲਟੀਪਲਾਈ ਮੰਨ ਲਓ ਮੈਂ ਲੈਣਾ ਹੈ 3/5 ਕੀ ਇਹ ਇਸ ਦੇ ਬਰਾਬਰ ਹੈ 3/5 ਮਲਟੀਪਲਾਈ 1/2 ਦੇ। ਦੇਖੋ ਸਿੰਪਲੀ ਲੱਗ ਹੀ ਰਿਹਾ ਹੈ 3/10। ਇਹਨੂੰ ਸੋਲਵ ਕਰ ਜਾਂਦਾ 3/10। ਦੋਨੇ ਕੀ ਆ ਰਹੇ ਨੇ, ਬਰਾਬਰ ਆ ਰਹੇ ਨੇ, ਦੋਨੇ ਬਰਾਬਰ ਆ ਰਹੇ ਨੇ, ਲੈਫਟ ਹੈਂਡ ਸਾਈਡ और ਰਾਈਟ ਹੈਂਡ ਸਾਈਡ ਦੇ ਬਰਾਬਰ ਆ ਰਹੇ ਹੈ। ਤਾਂ ਇਟ ਮੀਨਸ ਮਲਟੀਪਲੀਕੇਸ਼ਨ ਦੇ ਅੰਡਰ ਵੀ ਇਹ ਪ੍ਰੋਪਰਟੀ ਸਾਡੀ ਐਗਜ਼ਿਸਟ ਕਰਦੀ ਹੈ। ਹੁਣ ਫਿਰ ਆਪਾਂ ਕਰਦੇ ਹਾਂ ਡਿਵੀਜ਼ਨ। ਜੇ ਅੰਡਰ ਡਿਵੀਜ਼ਨ ਆਪਾਂ ਕਰੀਏ ਤਾਂ ਡਿਵੀਜ਼ਨ ਦੇ ਅੰਡਰ ਇਹ ਪ੍ਰੋਪਰਟੀ ਆਪਣੀ ਐਗਜ਼ਿਸਟ ਨਹੀਂ ਕਰੇਗੀ। ਜਿਵੇਂ ਕਿ A/B ਡਿਵਾਈਡ ਮੰਨ ਲਓ C/D ਕੀ ਬਰਾਬਰ ਹੈ C/D ਡਿਵਾਈਡ A/B। ਇਹ ਆਪਣੇ ਚੈੱਕ ਕਰਨਾ ਹੈ ਵੀ ਕੀ ਇਹ ਇਸ ਦੇ ਬਰਾਬਰ ਆਉਂਦਾ ਹੈ। ਮੰਨ ਲਓ ਮੇਰੇ ਕੋਲ ਸਟੇਟਮੈਂਟ ਹੈ 1/2 ਡਿਵਾਈਡ 3/5। मैंने चेक करना है कि 3/5 डिवाइड 1/2 ਦੇ ਬਰਾਬਰ ਹੈ। ਤੇ ਲਈ ਕੀ ਆ 1/2 ਉਸੇ ਤਰ੍ਹਾਂ ਹੀ 5/3 ਇਧਰ ਕਿੰਨਾ ਆ ਜਾਊਗਾ 3/5 ਮਲਟੀਪਲਾਈ 1/2 ਮਲਟੀਪਲਾਈ ਕਰਿਆ 5/6 ਇਧਰ ਇਹਨੂੰ ਮਲਟੀਪਲਾਈ ਕਰਿਆ 3/10 ਕੀ ਇਹ ਦੋਨੇ ਬਰਾਬਰ ਨੇ? ਨਹੀਂ, ਇਹ ਦੋਨੇ ਬਰਾਬਰ
नहीं है। तो इट मींस ਜਿਹੜੀ ਸਾਡੀ ਕਮਿਊਟੇਟਿਵ ਪ੍ਰੋਪਰਟੀ ਅੰਡਰ ਡਿਵੀਜ਼ਨ ਇਹ ਐਗਜ਼ਿਸਟ ਨਹੀਂ ਕਰਦੀ। ਇਹ ਐਗਜ਼ਿਸਟ ਕਿੱਥੇ ਕਰੀ ਸੀ? ਦੋ ਥਾਂ ਤੇ ਐਗਜ਼ਿਸਟ ਕਰੀ ਸੀ, ਅੰਡਰ ਐਡੀਸ਼ਨ ਐਂਡ ਅੰਡਰ ਮਲਟੀਪਲੀਕੇਸ਼ਨ। मतलब जोड़ ਦੇ ਅਧੀਨ ਔਰ ਗੁਣਾ ਦੇ ਅਧੀਨ ਇਹ ਪ੍ਰੋਪਰਟੀ ਸਾਡੀ ਐਗਜ਼ਿਸਟ ਕਰੀ ਸੀ। ਬੱਚਿਓ ਹੁਣ ਆਪਣੀ ਜਿਹੜੀ ਨੈਕਸਟ ਪ੍ਰੋਪਰਟੀ ਹੈ ਦੈਟ ਇਜ਼ ਐਸੋਸੀਏਟਿਵ ਸਹਿਚਾਰਤਾ, ਜਿਸ ਨੂੰ ਕਹਿ ਦਿੰਦੇ ਆ। ਇਹਦੇ ਅੰਦਰ ਐਡੀਸ਼ਨ ਜੇ ਆਪਾਂ ਕਰਦੇ ਆ ਤੇ ਇਹਦਾ ਮਤਲਬ ਇਹ ਹੁੰਦਾ ਹੈ ਵੀ ਮੰਨ ਲਓ ਆਪਣੇ ਕੋਲੇ ਤਿੰਨ ਡਿਜਿਟਸ ਨੇ a + b + c। ਇਸੇ ਤਰ੍ਹਾਂ ਇਧਰਲੇ ਪਾਸੇ ਵੀ ਲਿਖ ਲਓ a + b + c। ਇਹਦੇ ਚ ਕੀ ਹੈ ਵੀ ਮੰਨ ਲਓ ਪਹਿਲੇ ਪਿਛਲੇ ਦੋ ਤੇ ਆਪਣੇ ਬ੍ਰੈਕਟ ਪਾ ਲਈ, इधर अपने मूले दो ते ब्रैकेट पा ली भी ये इक्वल होना चाहिए। इसी तरह ही अपने रैशनल नंबर के अंडर भी एग्जिस्ट करना चाहिए। मान लो मेरे पास स्टेटमेंट है 1/2 प्लस 3/2 प्लस 5/2। इसी तरह ही 1/2 प्लस 3/2 प्लस 5/2। ਹੁਣ ਇਹਦੇ ਚ ਪਹਿਲਾਂ ਪਿਛਲੇ ਦੇ ਬ੍ਰੈਕਟ ਹੈ, ਇਹਦੇ ਚ ਮੂਰੇ ਦੇ ਬ੍ਰੈਕਟ ਹੈ। ਇਹਨੂੰ ਚੈੱਕ ਕਰਕੇ ਦੇਖਦੇ ਆਂ ਵੀ ਕੀ ਇਹ ਇਕੁਅਲ ਆਉਂਦੇ ਨੇ। 1/2 ਪਲੱਸ 3 ਤੇ 5 ਆਪਣੇ ਕੋਲੇ 8/2। ਇਹਨੂੰ ਸੋਲਵ ਕਰਾਂਗੇ ਸਾਡੇ ਕੋਲੇ ਕਿੰਨਾ ਆ ਜਾਏਗਾ 9/2। ਇਸੇ ਤਰ੍ਹਾਂ ਹੀ ਇੱਧਰ 3 ਤੇ 1 ਆਪਣੇ ਕੋਲੇ ਕਿੰਨਾ ਆਇਆ 4/2 ਪਲੱਸ 5/2। ਤੇ ਇਹਨੂੰ ਸੋਲਵ ਕਰਕੇ ਸਾਡੇ ਕੋਲੇ ਕਿੰਨਾ ਆਉਂਦਾ 9/2। ਇਟ ਮੀਨਸ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੀ ਕੀ ਹੋ ਗਈ ਇਕੁਅਲ ਹੋ ਗਈ। ਕਹਿੰਦੇ ਕਿ ਮਤਲਬ ਵੀ ਜਿਹੜਾ ਸਾਡਾ ਰੈਸ਼ਨਲ ਨੰਬਰ ਹੈ ਅੰਡਰ ਐਡੀਸ਼ਨ ਇੱਥੇ ਐਗਜ਼ਿਸਟ ਕਰਦਾ ਹੈ। ਪਰ ਜੇ ਹੁਣ ਆਪਾਂ ਇਹਨੂੰ ਸਬਟ੍ਰੈਕਸ਼ਨ ਦੇ ਅੰਡਰ ਕਰਕੇ ਦੇਖੀਏ, सबट्रैक्शन माइनस दे करके देखिए तो यह एग्जिस्ट नहीं करेगा। इसी तरह ही जे आप मल्टीप्लिकेशन करके देखिए, इथे आप की करिए मल्टीप्लाई करके देखिए, मल्टीप्लाई देखो सेम वही चीज बनेगी। यह अपने को एग्जिस्ट करेगा किस तरह 3 ਨੂੰ 5 ਨਾਲ ਮਲਟੀਪਲਾਈ ਕਰੇ ਆਪਣੇ ਕੋਲੇ ਕਿੰਨਾ ਗਿਆ 15। 2 ਨੂੰ 2 ਨਾਲ ਮਲਟੀਪਲਾਈ ਕਰਿਆ ਸਾਡੇ ਕੋਲੇ ਕਿੰਨਾ ਗਿਆ 4। ਇਹਨੂੰ ਮਲਟੀਪਲਾਈ ਕਰਿਆ ਆਪਣੇ ਕੋਲੇ ਕਿੰਨਾ ਗਿਆ 15/8। ਇਧਰ ਇਹਨੂੰ ਮਲਟੀਪਲਾਈ ਕਰਦੇ ਆ ਤਾਂ ਸਾਡੇ ਕੋਲੇ ਕਿੰਨਾ ਬਣਦਾ 3/4 ਮਲਟੀਪਲਾਈ 5/2। ਇਹਨੂੰ ਉੱਪਰ ਮਲਟੀਪਲਾਈ ਕਰਦੇ ਆ ਸਾਡੇ ਕੋਲੇ ਕਿੰਨਾ ਆਉਂਦਾ 15/8। ਇਟ ਮੀਨਸ ਮਲਟੀਪਲੀਕੇਸ਼ਨ ਦੇ ਅੰਦਰ ਵੀ मतलब गुणा के अंदर भी यह साडे कोल प्रॉपर्टी एग्जिस्ट करती है। तो एसोसिएटिव प्रॉपर्टी मतलब कि एडिशन के अंडर एग्जिस्ट करती है, सबट्रैक्शन एग्जिस्ट नहीं करती। मल्टीप्लिकेशन गुणा ते एग्जिस्ट करती है। इसी तरह डिवीजन के ऊपर यह एग्जिस्ट नहीं करेगी। मेरे ख्याल तीन मेन प्रॉपर्टियां सी साडे कोले, ये तुसीं समझ गए होंगे। उस तो बाद जिहड़ी अपने कोले आंदी है that is a additive inverse। एडिटिव इनवर्स जोड़ात्मक उल्ट जिसमें क्या जाता है, जोड़ात्मक उल्ट जिसमें क्या जाता है एडिटिव आइडेंटिटी या इनवर्स। इस दे विच की है भी मान लो तुहाडे कोले कोई संख्या है 2/3 प्लस दी है तो ਇਹਦਾ ਜਿਹੜਾ ਐਡੀਟਿਵ ਇਨਵਰਸ ਹੋਊਗਾ ਆਪਣੇ ਕੋਲੇ ਕਿੰਨਾ ਹੋਊਗਾ -2/3। ਜੇ ਹੀ ਰਕਮ -3/5 ਹੈ ਤਾਂ ਉਹ ਕਿੰਨਾ ਹੋਊਗਾ ਜੋੜ ਦਾ 3/5। ਕਹਿੰਦਾ ਕਿ ਮਤਲਬ ਵੀ ਇਹਨਾਂ ਦੋਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲੇ 0 ਹੋਣਾ ਚਾਹੀਦਾ ਹੈ। 2/3 -2/3 ਇਹਨਾਂ ਦੋਨਾਂ ਦਾ ਜੋੜ ਕੀ ਬਣੂਗਾ 0। ਇਸੇ ਤਰ੍ਹਾਂ ਹੀ -3/5 ਔਰ 3/5 ਇਹਨਾਂ ਦਾ ਜੋੜ ਕਿੰਨਾ ਬਣ ਰਿਹਾ ਆਪਣੇ ਕੋਲੇ 0 ਬਣਨਾ ਚਾਹੀਦਾ ਹੈ। ਇਹ 0 ਕੀ ਹੈ ਆਪਣੇ ਕੋਲੇ एडिटिव आइडेंटिटी है इसकी, मतलब कि इसकी पहचान है भी जिन्हां दा जोड़ प्लस और माइनस करन ते जिन्हां दा जोड़ 0 बने वो अंडर एडिशन है जेड़ा इनवर्स प्रॉपर्टी नु एग्जिस्ट करवाऊगा। इसी तरह ही साडे कोले मल्टीप्लिकेशन आइडेंटिटी आंदी है। मल्टीप्लिकेशन आप इनवर्स की गल करते हैं सीधे। मान लो मेरे को रकम है a/b तो उल्ट की होगा b/a। ਇਹਦੀ ਆਇਡੈਂਟੀਟੀ ਕੀ ਹੋਊਗੀ ਜੇ a/b ਨੂੰ ਮੈਂ b/a ਨਾਲ ਮਲਟੀਪਲਾਈ ਕਰਾਂ ਤੇ ਕੱਟ ਕੇ ਸਾਡੇ ਕੋਲੇ ਕਿੰਨਾ ਆ ਜਾਊਗਾ 1। ਇਹ ਸਾਡੇ ਕੋਲੇ ਇਸ ਦੀ ਪਛਾਣ ਹੋਗੀ ਵੀ ਜਦੋਂ ਆਪਾਂ ਇਸ ਦੇ ਇਨਵਰਸ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ ਕਿੰਨਾ ਆਣਾ ਚਾਹੀਦਾ ਹੈ 1 ਆਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਮੇਰੇ ਪਾਸ ਸਟੇਟਮੈਂਟ ਹੈ 2/3 ਤੇ ਇਸ ਦਾ ਮਲਟੀਪਲੀਕੇਟਿਵ ਇਨਵਰਸ ਕੱਢਣਾ ਤਾਂ ਕਿੰਨਾ ਹੋਏਗਾ 3/2। ਜੇ ਇਸ ਦੀ ਆਇਡੈਂਟੀਟੀ ਕੱਢਣੀ ਹੈ ਤਾਂ ਸਾਡੇ ਕੋਲੇ ਕਿੰਨੀ ਹੋਊਗੀ
3 ਨੂੰ 3 ਨਾਲ 2 ਨੂੰ 2 ਨਾਲ ਕਿੰਨੀ ਹੋਏਗੀ 1। ਇਹ ਕੋਈ ਵੀ ਹੋ ਸਕਦੀ ਹੈ, ਪਲੱਸ ਦੀ ਵੀ ਹੋ ਸਕਦੀ ਹੈ, ਮਾਈਨਸ ਦੀ ਵੀ ਹੋ ਸਕਦੀ ਹੈ, ਇਹਦਾ ਕੋਈ ਚੱਕਰ ਨਹੀਂ। ਦੇਖੋ ਮਾਈਨਸ ਨੇ ਤਾਂ ਕਦੇ ਕੀ ਹੋਣਾ ਹੈ, ਘਟੀ ਜਾਣਾ ਹੁੰਦਾ ਹੈ, ਮਾਈਨਸ ਨੇ ਆਪਸ ਚ ਘਟੀ ਜਾਣਾ ਹੁੰਦਾ ਹੈ। ਠੀਕ ਹੈ ਜੀ ਬੱਚਿਓ, ਹੁਣ ਜਿਹੜੀ ਆਪਣੀ ਲਾਸਟ ਦੀ ਪ੍ਰਾਪਰਟੀ ਆ ਗਈ ਦੈਟ ਇਜ਼ ਅ ਡਿਸਟ੍ਰੀਬਿਊਟਿਵ ਪ੍ਰਾਪਰਟੀ, ਜਿਸ ਨੂੰ ਆਪਾਂ ਪੰਜਾਬੀ ਚ ਵੰਡਣ ਵਿਧੀ ਵੀ ਕਹਿ ਦਿੰਦੇ ਆ। ਇਹਦਾ ਮੈंने ਫਾਰਮੂਲਾ ਲਿਖਿਆ ਜਿਵੇਂ a b plus c, b plus c ਆਪਣੇ ਕੋਲੇ ਬ੍ਰੈਕਟ ਚ ਹੈ, ਇਹਨੂੰ ਅੰਦਰ ਜੇ ਮਲਟੀਪਲਾਈ ਕਰਾਂਗੇ a ਨੂੰ b ਨਾਲ ਪਲੱਸ ਫਿਰ a ਨੂੰ, ਪਹਿਲਾਂ a ਨੂੰ b ਨਾਲ, ਫਿਰ a ਨੂੰ ਕਿਹਦੇ ਨਾਲ ਮਲਟੀਪਲਾਈ ਕਰਦੇ ਆਪਾਂ c ਨਾਲ। ਪਰਮੇਯ ਸੰਖਿਆ ਦੇ ਵਿੱਚ ਇਸ ਤਰ੍ਹਾਂ ਦੀ ਸਟੇਟਮੈਂਟ ਹੋਏਗੀ a over b ਬ੍ਰੈਕਟ ਸਟਾਰਟ c over d plus e over f। ਇਹਦੇ ਚ ਕੀ ਆ, ਪਹਿਲਾਂ a ਵਟਾ b ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ c over d ਨਾਲ, ਵਿੱਚ ਪਲੱਸ ਦਾ ਨਿਸ਼ਾਨ ਹੈ ਤਾਂ ਪਲੱਸ, ਜੇ ਮਾਈਨਸ ਦਾ ਨਿਸ਼ਾਨ ਹੈ ਤਾਂ ਮਾਈਨਸ, ਫਿਰ a ਵਟਾ b ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ e ਵਟਾ f ਨਾਲ। ਮੈंने ਇੱਥੇ ਇੱਕ ਐਗਜ਼ਾਮਪਲ ਲਿਖ ਕੇ ਰੱਖੀ ਹੋਈ ਹੈ, ਜਿਹੜੇ ਸਾਡੇ ਕੋਲੇ ਪੇਪਰ 'ਚ ਕੁਐਸਚਨ ਆ ਰਹੇ ਨੇ ਉਹਦੇ 'ਚ ਦੇਖੋ ਵੀ ਇਹਦੇ ਵਿੱਚ ਵੀ 2/3 ਹੈ, ਇਹਦੇ ਵਿੱਚ ਵੀ 2/3 ਹੈ, ਤਾਂ ਇਹ 2/3 ਨੂੰ ਅਸੀਂ ਕਾਮਨ ਕੱਢ ਲਾਂਗੇ ਤਾਂ ਸਾਡੇ ਕੋਲੇ ਕੀ ਬਚਦਾ ਹੈ 3/5 ਜੋੜ 7/9। ਇਹ ਸਾਡੇ ਕੋਲੇ ਇਸ ਤਰ੍ਹਾਂ ਦੀ ਡਿਸਟ੍ਰੀਬਿਊਟਿਵ ਪ੍ਰਾਪਰਟੀ ਬਣੂਗੀ। ਜਿਹੜੇ ਸਾਡੇ ਕੋਲੇ ਐਕਸਰਸਾਈਜ਼ 1.1 ਦੇ ਵਿੱਚ ਸਮ ਆਉਂਦੇ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਸਮ ਹੋਣਗੇ ਜਿਹਦੇ ਵਿੱਚ ਆਪਾਂ ਕਾਮਨ ਕੱਢਣਾ ਸਿੱਖਾਂਗੇ। ਹੁਣ ਡਿਸਟ੍ਰੀਬਿਊਟਿਵ ਪ੍ਰਾਪਰਟੀ ਕਰਨ ਤੋਂ ਬਾਅਦ ਮੈਂ ਤੁਹਾਨੂੰ ਕੁਝ ਪਰਮੇਯ ਸੰਖਿਆਵਾਂ ਦੇ ਜੋੜ ਜਿਹੜਾ ਕਿ ਇਸ ਐਕਸਰਸਾਈਜ਼ ਦੇ ਵਿੱਚ ਆਣਗੇ ਉਹ ਮੈਂ ਦੱਸਦਾ ਵੀ ਕਿਵੇਂ ਕਰਨੇ ਆਪਾਂ ਨੇ। ਮੰਨ ਲਓ ਮੇਰੇ ਪਾਸ ਸਟੇਟਮੈਂਟ ਹੈ 2/3 plus 1/6, ਇਹਨੂੰ ਆਪਾਂ ਐਡ ਕਰਨਾ ਹੈ। ਹੁਣ ਇਹਨੂੰ ਐਡ ਕਰਨ ਦੇ ਲਈ ਕੀ ਹੈ, ਜਾਂ ਤਾਂ ਪਹਿਲਾਂ ਦਾ ਐਲਸੀਐਮ ਲੈ ਲਈਏ, ਕਈ ਬੱਚਿਆਂ ਨੂੰ ਐਲਸੀਐਮ ਲੈਣਾ ਬਹੁਤ ਜ਼ਿਆਦਾ ਮੁਸ਼ਕਲ ਲੱਗਦਾ ਹੈ, ਤੇ ਇਹਦੇ ਨਾਲ ਬਿਹਤਰ ਕੀ ਹੈ ਵੀ ਜਿਹੜਾ ਇਹਦਾ ਹਰ ਹੈ ਆਪਾਂ ਉਹਨੂੰ ਕਾਮਨ ਕਰ ਲੈਂਦੇ ਆ। ਇਹ ਮੈਂ ਪ੍ਰਾਪਰਟੀ ਤੋਂ ਡਿਫਰੈਂਟ ਕਰਵਾ ਰਿਹਾ। ਹੁਣ ਇਹਦੇ ਨੀਚੇ ਕਿੰਨਾ ਹੈ ਹਰ 6, ਇਹਦੇ ਨੀਚੇ ਹਰ ਕਿੰਨਾ ਹੈ 3, ਤਾਂ ਕਿਉਂ ਨਾ ਇਹਨਾਂ ਦੇ ਹਰ ਨੂੰ ਕਾਮਨ ਕਰੀਏ। ਇਹਨੂੰ ਵੀ 2 ਨਾਲ ਮਲਟੀਪਲਾਈ ਕਰ ਲਿਆ, ਇਹਨੂੰ ਵੀ 2 ਨਾਲ ਮਲਟੀਪਲਾਈ ਕਰ ਲਿਆ, ਤਾਂ ਸਾਡੇ ਕੋਲੇ ਕਿੰਨਾ ਆ ਗਿਆ 4/6 plus 1/6। ਦੇਖੋ ਕਿੰਨਾ ਸਿੰਪਲੀਫਾਈ ਹੋ ਗਿਆ, ਤੇ ਸਾਡੇ ਕੋਲੇ ਕਿੰਨਾ ਬਣ ਗਿਆ 5/6। ਇਸ ਤਰ੍ਹਾਂ ਵੀ ਆਪਾਂ ਡਿਨੋਮੀਨੇਟਰਸ ਨੂੰ ਇਕੁਅਲ ਹੈ ਜਿਹੜਾ ਕਰ ਸਕਦੇ ਆ। ਹੁਣ ਸੈਕੰਡ ਮੈਥਡ ਕੀ ਸੀ ਵੀ ਕਈ ਬੱਚੇ ਨੂੰ ਇਹ ਨਹੀਂ ਪਸੰਦ ਜਾਂ ਵੱਡੇ ਹੋ ਜਾਂਦੇ ਆ, ਉਹ ਕਿਵੇਂ ਕਰ ਸਕਦੇ ਨੇ। ਮੰਨ ਲਓ 2/3 plus 1/6 ਐਲਸੀਐਮ ਨਹੀਂ ਕਰਨਾ ਆ ਰਿਹਾ, ਤਾਂ ਉਹਨਾਂ ਨੇ ਕੀ ਕਰਨਾ ਹੈ, ਨੀਚੇ ਵਾਲੇ ਜਿਹੜੇ ਡਿਨੋਮੀਨੇਟਰ ਨੇ ਹਰ ਨੇ ਇਹਨਾਂ ਨੂੰ ਮਲਟੀਪਲਾਈ ਕਰ ਲੈਣਾ ਹੈ। 3 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਲੈਣਾ ਹੈ 6 ਨਾਲ, ਫਿਰ ਆਪਾਂ ਕ੍ਰੋਸ ਮਲਟੀਪਲਾਈ ਦੀ ਤਰ੍ਹਾਂ 2 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ 6 ਨਾਲ, ਪਲੱਸ ਫਿਰ 1 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ 3 ਨਾਲ। ਦੇਖੋ 12 plus 3 over ਨੀਚੇ ਆਪਣੇ ਕੋਲ ਆ ਗਿਆ 80, ਐਡ ਕਰਾਂਗੇ ਕਿੰਨਾ ਗਿਆ 15/80, ਫਿਰ 3 ਦੇ ਟੇਬਲ ਤੇ ਆਪਾਂ ਘਟਾ ਸਕਦੇ ਹਾਂ, ਤੇ ਸਾਡੇ ਕੋਲ ਕਿੰਨਾ ਗਿਆ 5/6। ਇਹ ਜਦੋਂ ਆਪਾਂ ਐਕਸਰਸਾਈਜ਼ 1.1 ਕਰਾਂਗੇ ਉਹਦੇ ਵਿੱਚ ਇਸ ਤਰ੍ਹਾਂ ਦੇ ਸਮ ਆਪਣੇ ਕੋਲ ਆਣਗੇ। ਉਮੀਦ ਹੈ ਤੁਸੀਂ ਧਿਆਨ ਨਾਲ ਸਮਝ ਗਏ ਹੋਵੋਗੇ। ਇਸ ਤਰ੍ਹਾਂ ਦੇ ਇੱਕ ਦੋ ਸਵਾਲ ਤੁਸੀਂ ਆਪਦੇ ਲੈਵਲ ਤੇ ਬਣਾ ਕੇ ਵੀ ਕਰਕੇ ਦੇਖਣੇ ਨੇ। ਫਿਰ ਮਿਲਦੇ ਆ, ਧੰਨਵਾਦ।